ਜਿਹੜੀ ਤਰੀਕ ਮਿੱਥੀ ਗਈ ਸੀ ਉਹਦਾ ਭਵਿੱਖ ਜਿਹੜਾ ਕਿ ਆਉਣਾ ਹੈ ਉਹ ਇੱਕ ਇਤਿਹਾਸਕ ਭਵਿੱਖ ਹੋਵੇਗਾ, ਇਤਿਹਾਸ ਸਿਰਜਿਆ ਜਾਣਾ। ਤਿਆਰੀਆਂ ਕਿਵੇਂ ਨੇ, ਕਿਵੇਂ ਇਤਿਹਾਸ ਸਿਰਜੋਗੇ? ਪੰਜਾਬ ਦਿੱਲੀ ਨੂੰ ਆਪਦੀ ਤਾਕਤ ਦਿਖਾ ਦੂਗਾ। ਲੋਕ ਮੈਂ ਤੁਹਾਨੂੰ ਦੱਸਦਾ ਵੀ ਆਏ ਹੋਏ ਪਏ ਆ ਵੀ ਆਰ ਪਾਰ ਦੀ ਲੜਾਈ ਹੈ ਔਰ ਹੈ ਵੀ ਆਰ ਪਾਰ ਦੀ ਲੜਾਈ, ਇਹਦੇ 'ਚ ਕੋਈ ਸ਼ੱਕ ਨਹੀਂ। ਦੇਖੋ ਉੱਥੇ ਜਿਹੜੀ ਸਰਕਾਰ ਆ ਉਹ ਬੀਜੇਪੀ ਦੀ ਹੈ, ਸੈਂਟਰ 'ਚ ਬੀਜੇਪੀ ਦੀ ਸਰਕਾਰ, ਸੋ ਕਦੇ ਨਹੀਂ ਚਾਹੂਗੀ ਵੀ ਉਹ ਪ੍ਰੈਸ਼ਰ ਬਿਲਡ ਹੋਵੇ। ਪੰਜਾਬ ਇਸ ਟਾਈਮ ਸਾਡੀਆਂ ਬੀਬੀਆਂ, ਬਜ਼ੁਰਗ, ਨੌਜਵਾਨ, ਹਰ ਬੰਦਾ, ਹਰ ਰੂਹ ਤਿਆਰ ਆ ਵੀ ਦਿੱਲੀ ਨੂੰ ਜਾਣਾ। ਮਕਸਦ ਇੱਕੋ ਹੀ ਆ ਨਾ, ਲੜਾਈ ਤਾਂ ਸਾਡੀ ਦਿੱਲੀ ਤੋਂ ਜਿਹੜੀ ਸਿਆਸਤ ਚੱਲਦੀ ਆ ਉਹਦੇ ਨਾਲ ਆ। ਅਗਲਾ ਜਿਹੜਾ ਇੱਕ ਆਪਸ਼ਨ ਆ ਜਿਹਦਾ ਬਹੁਤ ਘੱਟ ਚਾਂਸਸ ਆ ਵੀ ਅਸੀਂ ਦਿੱਲੀ ਪਹੁੰਚ ਜਾਈਏ, ਪਰ ਸਾਨੂੰ ਜੋ ਬਣਦਾ ਜਾ ਰਿਹਾ, ਜੋ ਹੁਣ ਤੁਸੀਂ ਕਹਿ ਰਹੇ ਹੋ ਹਰਿਆਣਾ ਸੀਐਮ ਆ ਉਹਨਾਂ ਦਾ ਬਿਆਨ ਆਇਆ, ਤਾਂ ਸਾਨੂੰ ਪੰਜਾਬ ਦੇ ਬਾਰਡਰ ਤੇ ਹੀ ਰੋਕਣਗੇ। ਹੁਣ ਜੇ ਸਾਨੂੰ ਪੰਜਾਬ ਦੇ ਬਾਰਡਰ ਤੇ ਰੋਕਣਗੇ, ਜਿਹੜੀ ਸਮਝਣ ਵਾਲੀ ਗੱਲ ਆ ਇਹ ਤੋਂ ਬਾਈ ਉਹ ਇਹ ਆ ਵੀ ਦਿੱਲੀ ਦੀ ਸਿਆਸਤ ਤਾਂ ਸਮਝ ਆ ਜੂਗੀ ਤੇ ਦਿੱਲੀ ਦਾ ਰਵੱਈਆ ਪੰਜਾਬ ਪ੍ਰਤੀ ਤੇ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਕੀ ਆ ਇਹ ਵੀ ਸਮਝ ਆ ਜੂਗਾ ਇਸ ਗੱਲ। ਸੋ 26-27 ਨੂੰ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਇੱਕ ਜੀਓਪੋਲਿਟਿਕਸ ਕੀ ਚੱਲ ਰਹੀ ਆ ਇੱਥੇ ਤੇ ਆਉਣ ਵਾਲੀ ਜੀਓਪੋਲਿਟਿਕਸ ਕੀ ਹੋਊਗੀ ਇਹ ਕਲੀਅਰ ਹੋ ਜੂਗੀ ਸਾਨੂੰ। ਪਤਾ ਨਹੀਂ ਕਦੋਂ ਆਉਣਾ। ਕਿਸਾਨਾਂ ਅੱਜ ਵੀ ਜਿਹੜੀ ਗੱਲ ਹੁੰਦੀ ਆ, ਉਗਰਾਹਾਂ ਵਾਲੇ ਕਹਿੰਦੇ ਨੇ ਕਿ 3 ਸਾਲ 4 ਸਾਲ ਵੀ ਲੱਗ ਸਕਦੇ ਨੇ ਇਸ ਫੈਸਲੇ ਨੂੰ। ਸੋ ਲੰਬੀ ਲੜਾਈ ਹੈ, ਤੁਹਾਨੂੰ ਤਾਂ ਸ਼ਾਇਦ ਅੱਧਾ ਕਿਲੋਮੀਟਰ ਵੀ ਟੱਪਣ ਦੇਣਾ ਜੋ ਕਿਆਸ ਰਹੀਆਂ ਨੇ। ਇੱਥੇ ਫਿਰ ਕਿਸ ਤਰੀਕੇ ਦੇ ਨਾਲ ਪਿੰਡ ਵਸਾਓਗੇ ਜਾਂ ਕਿਸ ਤਰੀਕੇ ਦੇ ਨਾਲ? ਕੋਈ ਮੋਰਚਾ ਤਾਂ ਪਹਿਲਾਂ ਹੀ ਚੱਲਦਾ ਪਿਆ। ਹਾਂ ਦੇਖੋ ਸਾਡੇ ਸਾਰੇ ਪਰਿਵਾਰ ਹੀ ਖੜਾ ਇੱਥੇ। ਹੁਣ ਅਸੀਂ ਤਾਂ ਕਿਸਾਨਾਂ ਨੂੰ ਜੀ ਆਇਆਂ ਕਹਿ ਰਹੇ ਹਾਂ ਵੀ 25 ਨੂੰ ਹੀ ਆ ਜਾਓ ਬਾਈ, ਜਿਹੜੇ ਆਪਾਂ 25 ਨੂੰ ਇਕੱਠੇ ਹੋ ਜਾਾਂਗੇ, ਰਾਤ ਨੂੰ ਆਓ ਇੱਥੇ ਰਹੋ, ਗੁਰੂ ਕਾ ਲੰਗਰ ਵੀ ਤਿਆਰ ਆ, ਤੇ 26 ਨੂੰ ਆਪਾਂ ਇਕੱਠੇ ਤੁਰ ਗਏ। ਤੇ ਜੇ ਸਾਨੂੰ ਇੱਥੇ ਰੋਕਦੇ ਆ ਫਿਰ ਇੱਥੇ ਮੋਰਚਾ ਤਾਂ ਗੱਡਿਆ ਹੀ ਹੋਇਆ, ਫਿਰ ਪੱਕਾ ਟਿਕਾਣਾ ਇੱਥੇ ਲਾ ਦਾਂਗੇ, ਜਿੱਥੇ ਭਾਲਿਆ ਬੈਠਾਂਗੇ। ਕਿਉਂਕਿ ਗੱਲ ਇਹ ਆ ਵੀ ਹੁਣ ਸਾਡੀ ਆਵਾਜ਼ ਆ ਜਿਹੜੀ, ਜਾਂ ਸਾਡਾ ਇੱਕ ਆ ਗੱਲ, ਦਿੱਲੀ ਡਰੂ ਕਿਸ ਗੱਲ ਤੋਂ? ਪ੍ਰੈਸ਼ਰ ਤੋਂ ਹੀ ਡਰੂਗੀ ਨਾ। ਕਿੱਥੇ ਪੋਲੀਟੀਕਲੀ ਪ੍ਰੈਸ਼ਰ ਪੈਂਦਾ ਉਹਨਾਂ ਤੇ। ਜਿਹੜੇ ਹਿਸਾਬ ਨਾਲ ਇੱਕ ਹੁੰਦੀ ਜਾ ਰਹੀ ਆ, ਇੱਕ ਆਵਾਜ਼ ਆ ਰਹੀ ਆ ਹੁਣ ਗੱਲ, ਕਿਉਂਕਿ ਆ ਹੁਣ ਦਿੱਲੀ ਨਾਲ ਲੜਾਈ ਦੀ ਗੱਲ ਆ ਗਈ ਆਪਸੀ। ਅਸੀਂ ਚਲੋ ਇੱਕ ਦੂਜੇ ਨੂੰ ਕਈ ਵਾਰੀ ਰਣਨੀਤੀ ਨੂੰ ਲੈ ਕੇ ਇਹ ਕਹਿੰਦੇ ਰਹੇ ਵੀ ਫਲਾਨੀ ਰਣਨੀਤੀ ਜੇ ਆਪਾਂ ਬਣਾ ਲੈਂਦੇ ਤਾਂ ਜ਼ਿਆਦਾ ਚੰਗਾ ਸੀ, ਪਰ ਅੱਜ ਹੁਣ ਰਣਨੀਤੀਆਂ ਬਣਾ ਕੇ ਕੂਚ ਕਰਨ ਦਾ ਟਾਈਮ ਆ ਗਿਆ। ਕੂਚ ਕਰਨਾ ਤਾਂ ਫਿਰ ਇੱਕ ਹੋਣਾ ਪਊਗਾ, ਹਨਾ। ਇਸ ਕਰਕੇ ਹੁਣ ਇਕੱਠੇ ਚੱਲੇ ਆ। ਨਾ ਕਿਤੇ ਵਿਚਾਰਕ ਮਤਭੇਦ ਸ਼ੰਭੂ ਨਾਲ ਵੀ ਜੁੜੇ, ਵਿਵਾਦ ਵੀ ਜੁੜੇ। ਤੁਸੀਂ ਇਹ ਵੀ ਕਿਹਾ ਸੀ, ਜਸ ਬਾਜਵਾ ਵੀ ਕਹਿੰਦੇ ਨਜ਼ਰ ਆਏ ਪਿੱਛੇ ਜੇ ਕਿ ਦੀਪ ਤਾਂ ਕਹਿੰਦਾ ਸੀ ਕਿ ਜਥੇਬੰਦੀਆਂ ਇੱਕ ਨਹੀਂ ਹੋਣਗੀਆਂ। ਤੁਸੀਂ ਉਹ ਕਹਿ ਰਹੇ ਹੋ ਕਿ ਇੱਕ ਰਣਨੀਤੀ ਹੋਊਗੀ, ਇੱਕ ਮਤ ਹੋਊਗੀ। ਨਹੀਂ, ਮੇਰੀ ਇੱਕ ਵੀ ਸਟੇਟਮੈਂਟ ਦੱਸ ਦਿਓ ਵੀ ਜਥੇਬੰਦੀਆਂ ਇੱਕ ਨਹੀਂ ਹੋ ਰਹੀਆਂ। ਮੈਂ ਇਹ ਕਹਿੰਦਾ ਰਿਹਾ ਵੀ ਜਥੇਬੰਦੀਆਂ ਕੱਲੀ MSP ਦੀ ਲੜਾਈ ਲੜ ਰਹੀਆਂ। ਜੇ ਉਹਨਾਂ ਨੂੰ ਕੱਲਾ ਇਕਨੋਮਿਕ ਬਲੌਕੇਡ ਦਿਖਦਾ ਨਾ ਇਹ, ਤਾਂ ਫਿਰ ਪ੍ਰੋਬਲਮ ਆ। ਵਿਚਾਰਕ ਮਤਭੇਦ ਤਾਂ ਇਹੀ ਸੀ ਨਾ। ਅਸੀਂ ਇਹ ਕਹਿੰਦੇ ਰਹੇ ਵੀ ਇਕੱਲੀ ਇਕਨੋਮਿਕ ਲੜਾਈ ਨਹੀਂ ਆ, ਤੁਹਾਡੇ ਧਰਤੀ ਨਾਲ ਜੁੜੀ ਹੋਈ ਗੱਲ ਆ। ਤੁਹਾਡੇ ਤੋਂ ਤੁਹਾਡੀ ਧਰਤੀ ਖੋਹੀ ਜਾ ਰਹੀ ਆ, ਔਰ ਉਹ ਧਰਤੀ ਖੋਹੀ ਜਾ ਰਹੀ ਆ ਜਿਹਦੇ ਲਈ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਤੇ ਸਾਨੂੰ ਫੇਰ ਜਾ ਕੇ ਮਲਕੀਅਤ ਮਿਲੀ, ਇਸ ਧਰਤੀ ਦੀ ਮਲਕੀਅਤ ਮਿਲੀ, ਹਨਾ। ਹੁਣ ਲੜਾਈ ਕੀ ਆ? ਤੁਸੀਂ ਪਿੱਛੇ ਹਟਦੇ ਹੋ ਕਿ ਸਰਕਾਰ ਪਿੱਛੇ ਹਟਦੀ ਆ? ਸੋ ਇੱਕ ਪ੍ਰੈਸ਼ਰ ਪੁਆਇੰਟ ਤੇ ਅਸੀਂ ਪਿੱਛੇ ਹਟ ਗਏ ਜੇ ਰੇਲਾਂ ਚਲਾਦੀਆਂ ਤਾਂ। ਜਦੋਂ ਸੰਘਰਸ਼ਾਂ 'ਚ ਗੱਲ ਕਰਦੇ ਆ ਨਾ, ਤੇ ਜੇ ਅਸੀਂ ਸੰਘਰਸ਼ ਦਿੱਲੀ ਦੇ ਖਿਲਾਫ ਲੜ ਰਹੇ ਹਾਂ ਤਾਂ ਸਾਨੂੰ ਉਹਨਾਂ ਦੇ ਮੋਢਿਆਂ ਤੇ ਬਹਿ ਕੇ ਤਾਂ ਨਹੀਂ ਸੰਘਰਸ਼ ਲੜ ਸਕਦੇ। ਫਿਰ ਵੀ ਉੱਥੋਂ ਯੂਰੀਆ ਭੇਜਣਗੇ ਤੇ ਅਸੀਂ ਇੱਥੇ ਫਸਲਾਂ ਬੀਜਾਂਗੇ, ਹਨਾ। ਸਾਨੂੰ ਆਹ ਜਿਹੜੀ ਡਿਪੈਂਡੇਬਿਲਿਟੀ ਆ ਨਾ ਉਹਨਾਂ ਤੇ ਘਟਾਉਣੀ ਪਊਗੀ। ਜਦੋਂ ਸੰਘਰਸ਼ ਕਰਨੇ ਆ, ਛੋਟੇ ਮੋਟੇ ਜਿਹੜੇ ਕਦੇ ਨੁਕਸਾਨ ਉਹ ਝੱਲਣੇ ਪੈਂਦੇ ਹੁੰਦੇ ਆ, ਔਰ ਇਕੱਠੇ ਹੋ ਕੇ ਕੌਮਾਂ ਨੂੰ ਝੱਲਣੇ ਪੈਂਦੇ ਹੁੰਦੇ ਆ, ਤੇ ਇਹਦੇ ਲਈ ਅਸੀਂ ਤਿਆਰ ਰਹੀਏ। ਅਦਰਵਾਈਜ਼ ਜੇ ਅਸੀਂ ਕਹੀਏ ਵੀ ਸੰਘਰਸ਼ ਲੜਾਂਗੇ ਤੇ ਲੜਾਂਗੇ ਵੀ ਐਨ, ਉਹ ਸਾਨੂੰ ਹੋਣਾ ਵੀ ਕੁਛ ਨਹੀਂ ਚਾਹੀਦਾ। ਨਹੀਂ, ਕੁਛ ਨਾ ਕੁਛ ਤਾਂ ਕੁਰਬਾਨੀ ਦੇਣੀ ਪਊ। ਜੇ
ਸਾਡੀ ਜ਼ਰੂਰਤ ਇਹ ਹੁੰਦੀ ਆ ਵੀ ਹੁਣ ਪੋਲੀਟੀਕਲ ਡਿਪਲੋਮੈਸੀ ਤੇ ਗੱਲ ਆ ਗਈ, ਟੇਬਲ ਟਾਕ ਤੇ ਗੱਲ ਆ ਗਈ। ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਪ੍ਰੈਸ਼ਰ ਬਿਲਡ ਹੋਇਆ ਹੋਣਾ ਤਾਂ ਟੇਬਲ ਟਾਕ ਸਟਾਰਟ ਹੋ ਰਿਹਾ। ਅਸੀਂ ਹੁਣ ਉੱਥੇ ਪੂਰੀ ਤਿਆਰੀ ਨਾਲ ਜਾਈਏ। ਸਾਡੇ ਜਿਹੜੇ ਨੈਗੋਸ਼ੀਏਟਰਸ ਹੋਣ ਉਹ ਬਹੁਤ ਸਟਰੋਂਗ ਹੋਣ, ਬੜੇ ਤਗੜੇ ਉਹ ਬੰਦੇ ਹੋਣ ਜਿਨ੍ਹਾਂ ਨੂੰ ਸਾਰੀ ਸਮਝ ਹੋਵੇ ਇਸ ਗੱਲ ਦੀ, ਹੈ ਨਾ। ਇਕਨੋਮਿਕਲੀ ਵੀ, ਕਲਚਰਲੀ ਵੀ, ਆਈਡੀਓਲੋਜੀਕਲੀ ਵੀ, ਇਹ ਸਾਰੀ ਵਿਚਾਰਧਾਰਕ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਵੀ ਸਮਝ ਪੂਰੀ ਹੋਵੇ ਤੇ ਉਹ ਜਾ ਕੇ ਸਰਕਾਰ ਨਾਲ ਬੈਠੇ, ਉਧਰੋਂ ਉਹ ਆਪਦੇ ਬੰਦੇ ਲੈ ਕੇ ਆਉਣਗੇ। ਸੋ ਟੇਬਲ ਟਾਕ ਤੇ ਹੀ ਜਿੱਤ ਜਾਂ ਹਾਰ ਡਿਸਾਈਡ ਹੋਣੀ ਹੈ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਰਖਾਬ ਚੰਦ। ਦੋਸਤੋ, ਜੇਕਰ ਅਸੀਂ ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰ ਲਈਏ ਤਾਂ ਦੇਖਣਾ ਹੋਵੇਗਾ ਕਿ 26-27 ਨਵੰਬਰ ਨੂੰ ਕਿਸ ਤਰੀਕੇ ਦੇ ਨਾਲ ਕਿਸਾਨ ਆਪਣੇ ਇਸ ਮੋਰਚੇ ਨੂੰ ਸਫਲ ਬਣਾਉਂਦੇ ਨੇ ਤੇ ਖਾਸ ਕਰਕੇ ਜੋ ਨਜ਼ਰ ਬਣੀ ਰਹੇਗੀ ਸ਼ੰਭੂ ਮੋਰਚੇ ਦੀ, ਦੀਪ ਸਿੱਧੂ ਦੀ ਕੀ ਭੂਮਿਕਾ ਰਹੇਗੀ, ਸ਼ੰਭੂ ਮੋਰਚੇ ਦੀ ਕੀ ਭੂਮਿਕਾ ਰਹੇਗੀ। ਅਸੀਂ ਇਸ ਵਕਤ ਸ਼ੰਭੂ ਮੋਰਚੇ ਤੇ ਖੜੇ ਹਾਂ, ਦੀਪ ਸਿੱਧੂ ਸਾਡੇ ਨਾਲ ਨੇ, ਜਾਣਕਾਰੀ ਲੈਂਦੇ ਆ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ। ਸੋ ਦੀਪ, ਤਿਆਰੀਆਂ ਕਿਸ ਤਰੀਕੇ ਦੇ ਨੇ, ਕਿਉਂਕਿ ਜਿਹੜੀ ਤਰੀਕ ਮਿੱਥੀ ਗਈ ਸੀ ਉਹਦਾ ਭਵਿੱਖ ਜਿਹੜਾ ਕਿ ਆਉਣਾ ਹੈ ਉਹ ਇੱਕ ਇਤਿਹਾਸਕ ਭਵਿੱਖ ਹੋਵੇਗਾ, ਇਤਿਹਾਸ ਸਿਰਜਿਆ ਜਾਣਾ। ਤਿਆਰੀਆਂ ਕਿਵੇਂ ਨੇ, ਕਿਵੇਂ ਇਤਿਹਾਸ ਸਿਰਜੋਗੇ? ਦੇਖੋ, ਪੰਜਾਬ ਦਿੱਲੀ ਨੂੰ ਆਪਦੀ ਤਾਕਤ ਦਿਖਾ ਦੂਗਾ। ਲੋਕ, ਮੈਂ ਤੁਹਾਨੂੰ ਦੱਸਦਾ ਵੀ ਆਏ ਹੋਏ ਪਏ ਆ ਵੀ ਆਰ ਪਾਰ ਦੀ ਲੜਾਈ ਆ, ਹੈ ਨਾ, ਔਰ ਹੈ ਵੀ ਆਰ ਪਾਰ ਦੀ ਲੜਾਈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਇਹਨੂੰ ਥੋੜ੍ਹਾ ਜਿਹਾ ਆਪਾਂ ਸੁਲਝੇ ਢੰਗ 'ਚ ਵੀ ਦੇਖੀਏ, ਹੈ ਨਾ। ਸੁਲਝੇ ਢੰਗ 'ਚ ਤੁਸੀਂ ਬਾਈ ਜੀ ਇੱਧਰ ਆ ਜਾਓ ਮੇਰੇ ਕੋਲ, ਇੱਧਰ ਆ ਜਾਓ ਜੀ। ਉਹ ਫਿਰ ਵਿੱਚ ਦੀ ਧਿਆਨ ਕਈ ਵਾਰੀ ਤੁਹਾਡੇ ਵੱਲ ਨੂੰ ਹੋ ਜਾਂਦਾ। ਹਾਂਜੀ, ਸੋ ਸੁਲਝੇ ਢੰਗ 'ਚ ਐਂ ਦੇਖੀਏ ਵੀ ਅੱਜ ਇੱਕ ਸਟੇਟਮੈਂਟ ਆਈ ਆ, ਹਰਿਆਣਾ ਨੇ ਆਪਦੇ ਬਾਰਡਰ ਸੀਲ ਕਰਤੇ। ਸੋ ਇਹਦੇ ਦੋ ਕਾਰਨ ਹੋ ਸਕਦੇ ਆ। ਇੱਕ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਇਕੱਠਾ ਵੀ ਨਾ ਹੋਣ ਦਈਏ ਤੇ ਉਹ ਸਿਚੁਏਸ਼ਨ ਜ਼ਿਆਦਾ ਸੀਰੀਅਸ ਬਣ ਜੂਗੀ, ਇਸ ਕਰਕੇ ਹੋ ਸਕਦਾ ਹਰਿਆਣਾ ਨੇ ਆਪਦੇ ਬਾਰਡਰ ਸੀਲ ਕਰਤੇ। ਹੁਣ 26 ਤੇ 27 ਨੂੰ ਵੀ ਉਹ ਸੀਲ ਰੱਖਣਗੇ। ਆਈ ਡੋਂਟ ਨੋ ਕਿੰਨਾ ਕੁ ਸੱਚ ਆ ਇਹਦੇ 'ਚ, ਪਰ ਇੱਕ ਮੈਨੂੰ ਹੁਣੇ ਹੀ ਖਬਰ ਪਤਾ ਲੱਗੀ ਆ। ਮਨੋਹਰ ਲਾਲ ਖੱਟਰ ਦਾ ਖੁਦ ਦਾ ਬਿਆਨ ਆਇਆ 25-26 ਨੂੰ, ਜਿਹੜਾ ਕਿ ਉਹਨਾਂ ਕਿਹਾ ਪੰਜਾਬ ਵਾਲੀ ਸਾਈਡ ਤੋਂ ਤੇ 26-27 ਨੂੰ ਦਿੱਲੀ ਵਾਲੀ ਸਾਈਡ ਤੋਂ ਬੰਦ ਕੀਤੇ ਜਾਣਗੇ, ਸਖਤਾਈ ਕੀਤੀ ਜਾਵੇਗੀ ਤੇ ਨਾਲ ਲੋਕਾਂ ਨੂੰ ਅਪੀਲ ਕੀਤੀ ਆ ਕਿ ਇਹਨਾਂ ਦਿਨਾਂ 'ਚ ਸਫ਼ਰ ਨਾ ਹੀ ਕੀਤਾ ਜਾਵੇ। ਹਾਂ, ਫਿਰ ਉਹੀ ਗੱਲ ਆ ਨਾ। ਹੁਣ ਦੇਖੋ, ਉੱਥੇ ਜਿਹੜੀ ਸਰਕਾਰ ਆ ਉਹ ਬੀਜੇਪੀ ਦੀ ਆ, ਸੈਂਟਰ 'ਚ ਬੀਜੇਪੀ ਦੀ ਸਰਕਾਰ ਆ। ਸੋ ਉਹ ਕਦੇ ਨਹੀਂ ਚਾਹੂਗੀ ਵੀ ਉਹ ਪ੍ਰੈਸ਼ਰ ਬਿਲਡ ਹੋਵੇ। ਪੰਜਾਬ ਇਸ ਟਾਈਮ ਸਾਡੀਆਂ ਬੀਬੀਆਂ, ਬਜ਼ੁਰਗ, ਨੌਜਵਾਨ, ਹਰ ਬੰਦਾ, ਹਰ ਰੂਹ ਤਿਆਰ ਆ ਵੀ ਦਿੱਲੀ ਨੂੰ ਜਾਣਾ। ਮਕਸਦ ਇੱਕੋ ਹੀ ਆ ਨਾ, ਲੜਾਈ ਤਾਂ ਸਾਡੀ ਦਿੱਲੀ ਤੋਂ ਜਿਹੜੀ ਸਿਆਸਤ ਚੱਲਦੀ ਆ ਉਹਦੇ ਨਾਲ ਆ। ਤੇ ਉਹ ਸਿਆਸਤ ਨੇ ਜਿਹੜੇ ਨਵੇਂ ਕਾਨੂੰਨ ਘੜੇ ਆ ਉਹ ਪੰਜਾਬ ਨੂੰ ਆਰਥਿਕ ਤੌਰ ਤੇ, ਸੱਭਿਆਚਾਰਕ ਤੌਰ ਤੇ ਦੋਵੇਂ ਸੱਟ ਮਾਰ ਰਿਹਾ, ਔਰ ਬਹੁਤ ਡੂੰਘੀ ਸੱਟ ਮਾਰ ਰਿਹਾ। ਸੋ ਇਸ ਕਰਕੇ 2-3 ਆਪਸ਼ਨਸ ਬਣਦੀਆਂ ਇਹਦੀਆਂ। ਇੱਕ ਤਾਂ ਸਾਨੂੰ ਮੰਨ ਲਓ ਅਸੀਂ ਇੱਥੋਂ ਲੰਘ ਜਾਈਏ, ਸਾਨੂੰ ਹਰਿਆਣੇ 'ਚ ਰੋਕਣ। ਅਗਲਾ ਜਿਹੜਾ ਇੱਕ ਆਪਸ਼ਨ ਆ ਜਿਹਦਾ ਬਹੁਤ ਘੱਟ ਚਾਂਸਸ ਆ ਵੀ ਅਸੀਂ ਦਿੱਲੀ ਪਹੁੰਚ ਜਾਈਏ, ਪਰ ਸਾਨੂੰ ਜੋ ਬਣਦਾ ਜਾ ਰਿਹਾ, ਜੋ ਹੁਣ ਤੁਸੀਂ ਕਹਿ ਰਹੇ ਹੋ ਹਰਿਆਣਾ CM ਆ ਉਹਨਾਂ ਦਾ ਬਿਆਨ ਆਇਆ, ਤਾਂ ਸਾਨੂੰ ਪੰਜਾਬ ਦੇ ਬਾਰਡਰ ਤੇ ਹੀ ਰੋਕਣਗੇ। ਹੁਣ ਜੇ ਸਾਨੂੰ ਪੰਜਾਬ ਦੇ ਬਾਰਡਰ ਤੇ ਰੋਕਣਗੇ, ਜਿਹੜੀ ਸਮਝਣ ਵਾਲੀ ਗੱਲ ਆ ਇਹ ਤੋਂ ਬਾਈ, ਉਹ ਇਹ ਆ ਵੀ ਦਿੱਲੀ ਦੀ ਸਿਆਸਤ ਤਾਂ ਸਮਝ ਆ ਜੂਗੀ ਤੇ ਦਿੱਲੀ ਦਾ ਰਵੱਈਆ ਪੰਜਾਬ ਪ੍ਰਤੀ ਤੇ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਕੀ ਆ ਇਹ ਵੀ ਸਮਝ ਆ ਜੂਗਾ ਇਸ ਗੱਲ ਤੋਂ। ਸੋ 26-27 ਨੂੰ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਇੱਕ ਜੀਓਪੋਲਿਟਿਕਸ ਕੀ ਚੱਲ ਰਹੀ ਆ ਇੱਥੇ ਤੇ ਆਉਣ ਵਾਲੀ ਜੀਓਪੋਲਿਟਿਕਸ ਕੀ ਹੋਊਗੀ ਇਹ ਕਲੀਅਰ ਹੋ ਜੂਗੀ ਸਾਨੂੰ। ਭਵਿੱਖ ਵੀ ਤੈਅ ਹੋਵੇਗਾ ਤੇ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਯਾਦ ਰਹੂਗਾ ਕਿ ਇਤਿਹਾਸ ਕੀ ਸੀ। ਇਹ ਬੜਾ ਲੰਬਾ ਜਾਣਾ ਆ। ਇਹ ਜੇ ਫੈਸਲੇ ਦੀ ਗੱਲ ਕਰ ਲਈਏ, ਫੈਸਲਾ ਪਤਾ ਨਹੀਂ ਕਦੋਂ ਆਉਣਾ। ਕਿਸਾਨਾਂ ਨਾਲ ਅੱਜ ਵੀ ਸਾਡੀ ਗੱਲ ਹੁੰਦੀ ਆ, ਉਗਰਾਹਾਂ ਵਾਲੇ ਕਹਿੰਦੇ ਨੇ ਕਿ 3 ਸਾਲ 4 ਸਾਲ ਵੀ ਲੱਗ ਸਕਦੇ ਨੇ ਇਸ ਫੈਸਲੇ ਨੂੰ। ਸੋ ਲੰਬੀ ਲੜਾਈ ਹੈ, ਤੁਹਾਨੂੰ ਤਾਂ ਸ਼ਾਇਦ ਅੱਧਾ ਕਿਲੋਮੀਟਰ ਵੀ ਨਹੀਂ ਟੱਪਣ ਦੇਣਾ ਜੋ ਕਿਆਸ ਰਹੀਆਂ ਨੇ। ਇੱਥੇ ਫਿਰ ਕਿਸ ਤਰੀਕੇ ਦੇ ਨਾਲ ਪਿੰਡ ਵਸਾਓਗੇ ਜਾਂ ਕਿਸ ਤਰੀਕੇ ਦੇ ਨਾਲ, ਕੋਈ ਮੋਰਚਾ ਤਾਂ ਪਹਿਲਾਂ ਹੀ ਚੱਲਦਾ ਪਿਆ। ਦੇਖੋ, ਆਏ ਆ ਪਿੰਡ ਤਾਂ ਇੱਥੇ ਪਹਿਲਾਂ ਹੀ ਵਸ ਗਿਆ ਸਾਡਾ, ਹੈ ਨਾ। ਦੇਖੋ ਸਾਡੇ ਸਾਰੇ ਪਰਿਵਾਰ ਹੀ ਖੜਾ ਇੱਥੇ। ਹੁਣ ਅਸੀਂ ਤਾਂ ਕਿਸਾਨਾਂ ਨੂੰ ਜੀ ਆਇਆਂ ਕਹਿ ਰਹੇ ਹਾਂ ਵੀ 25 ਨੂੰ ਹੀ ਆ ਜਾਓ ਬਾਈ। ਜਿਹੜੇ ਆਪਾਂ 25 ਨੂੰ ਇਕੱਠੇ ਹੋ ਜਾਾਂਗੇ, ਰਾਤ ਨੂੰ ਆਓ, ਇੱਥੇ ਰਹੋ, ਗੁਰੂ ਕਾ ਲੰਗਰ ਵੀ ਤਿਆਰ ਆ, ਤੇ 26 ਨੂੰ ਆਪਾਂ ਇਕੱਠੇ ਤੁਰ ਗਏ। ਤੇ ਜੇ ਸਾਨੂੰ ਇੱਥੇ ਰੋਕਦੇ ਆ ਫਿਰ ਇੱਥੇ ਮੋਰਚਾ ਤਾਂ ਗੱਡਿਆ ਹੀ ਹੋਇਆ, ਫਿਰ ਪੱਕਾ ਟਿਕਾਣਾ ਇੱਥੇ ਲਾ ਦਾਂਗੇ, ਜਿੱਥੇ ਭਾਲਿਆ ਬੈਠਾਂਗੇ। ਕਿਉਂਕਿ ਗੱਲ ਇਹ ਆ ਵੀ ਹੁਣ ਸਾਡੀ ਆਵਾਜ਼ ਆ ਜਿਹੜੀ, ਜਾਂ ਸਾਡਾ ਏਕਾ
ਗੱਲ ਦਿੱਲੀ ਡਰੂ ਕਿਸ ਗੱਲ ਤੋਂ? ਪ੍ਰੈਸ਼ਰ ਤੋਂ ਹੀ ਡਰੂਗੀ ਨਾ। ਕਿੱਥੇ ਪੋਲੀਟੀਕਲੀ ਪ੍ਰੈਸ਼ਰ ਪੈਂਦਾ ਉਹਨਾਂ ਤੇ। ਹੁਣ ਪੋਲੀਟੀਕਲ ਪ੍ਰੈਸ਼ਰ ਉਹ ਆਪਦੇ ਢੰਗ ਨਾਲ ਪਾ ਰਹੇ ਆ, ਅਸੀਂ ਆਪਦੇ ਢੰਗ ਨਾਲ ਪਾ ਰਹੇ ਹਾਂ। ਸੰਘਰਸ਼ੀ ਧਿਰ ਹੁਣ ਜਿਹੜੇ ਹਿਸਾਬ ਨਾਲ ਇੱਕ ਹੁੰਦੀ ਜਾ ਰਹੀ ਆ, ਇੱਕ ਆਵਾਜ਼ ਆ ਰਹੀ ਆ। ਹੁਣ ਗੱਲ ਕਿਉਂਕਿ ਆ ਹੁਣ ਦਿੱਲੀ ਨਾਲ ਲੜਾਈ ਦੀ ਗੱਲ ਆ ਗਈ ਆਪਸੀ। ਅਸੀਂ ਚਲੋ ਇੱਕ ਦੂਜੇ ਨੂੰ ਕਈ ਵਾਰੀ ਰਣਨੀਤੀ ਨੂੰ ਲੈ ਕੇ ਇਹ ਕਹਿੰਦੇ ਰਹੇ ਵੀ ਫਲਾਨੀ ਰਣਨੀਤੀ ਜੇ ਆਪਾਂ ਬਣਾ ਲੈਂਦੇ ਤਾਂ ਜ਼ਿਆਦਾ ਚੰਗਾ ਸੀ, ਪਰ ਅੱਜ ਹੁਣ ਰਣਨੀਤੀਆਂ ਬਣਾ ਕੇ ਕੂਚ ਕਰਨ ਦਾ ਟਾਈਮ ਆ ਗਿਆ। ਕੂਚ ਕਰਨਾ ਤਾਂ ਫਿਰ ਇੱਕ ਹੋਣਾ ਪਊਗਾ, ਹਨਾ। ਇਸ ਕਰਕੇ ਹੁਣ ਇਕੱਠੇ ਚੱਲੇ ਆ। ਦੀਪ, ਇਹ ਸਵਾਲ ਪਹਿਲਾਂ ਤੁਸੀਂ ਵੀ ਚੁੱਕਿਆ ਸੀ, ਕਿਤੇ ਨਾ ਕਿਤੇ ਵਿਚਾਰਕ ਮਤਭੇਦ ਸ਼ੰਭੂ ਨਾਲ ਵੀ ਜੁੜੇ, ਵਿਵਾਦ ਵੀ ਜੁੜੇ। ਤੁਸੀਂ ਇਹ ਵੀ ਕਿਹਾ ਸੀ, ਜਸ ਬਾਜਵਾ ਵੀ ਕਹਿੰਦੇ ਨਜ਼ਰ ਆਏ ਪਿੱਛੇ ਜੇ, ਕਿ ਦੀਪ ਤਾਂ ਕਹਿੰਦਾ ਸੀ ਕਿ ਜਥੇਬੰਦੀਆਂ ਇੱਕ ਨਹੀਂ ਹੋਣਗੀਆਂ। ਤੁਸੀਂ ਉਹ ਕਹਿ ਰਹੇ ਹੋ ਕਿ ਇੱਕ ਰਣਨੀਤੀ ਹੋਊਗੀ, ਇੱਕ ਮਤ ਹੋ ਗਏ ਆ। ਨਹੀਂ, ਦੇਖੋ ਮੈਂ ਇਹ ਕਦੇ ਨਹੀਂ ਕਿਹਾ, ਮੇਰੀ ਇੱਕ ਵੀ ਸਟੇਟਮੈਂਟ ਦੱਸ ਦਿਓ ਵੀ ਜਥੇਬੰਦੀਆਂ ਇੱਕ ਨਹੀਂ ਹੋ ਰਹੀਆਂ। ਮੈਂ ਇਹ ਕਹਿੰਦਾ ਰਿਹਾ ਵੀ ਜਥੇਬੰਦੀਆਂ ਕੱਲੀ MSP ਦੀ ਲੜਾਈ ਲੜ ਰਹੀਆਂ। ਜੇ ਉਹਨਾਂ ਨੂੰ ਕੱਲਾ ਇਕਨੋਮਿਕ ਬਲੌਕੇਡ ਦਿਖਦਾ ਨਾ ਇਹ, ਤਾਂ ਫਿਰ ਪ੍ਰੋਬਲਮ ਆ। ਵਿਚਾਰਕ ਮਤਭੇਦ ਤਾਂ ਇਹੀ ਸੀ ਨਾ। ਅਸੀਂ ਇਹ ਕਹਿੰਦੇ ਰਹੇ ਵੀ ਇਹ ਕੱਲੀ ਇਕਨੋਮਿਕ ਲੜਾਈ ਨਹੀਂ ਆ, ਤੁਹਾਡੇ ਧਰਤੀ ਨਾਲ ਜੁੜੀ ਹੋਈ ਗੱਲ ਆ। ਤੁਹਾਡੇ ਤੋਂ ਤੁਹਾਡੀ ਧਰਤੀ ਖੋਹੀ ਜਾ ਰਹੀ ਆ, ਔਰ ਉਹ ਧਰਤੀ ਖੋਹੀ ਜਾ ਰਹੀ ਆ ਜਿਹਦੇ ਲਈ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਤੇ ਸਾਨੂੰ ਫੇਰ ਜਾ ਕੇ ਮਲਕੀਅਤ ਮਿਲੀ, ਇਸ ਧਰਤੀ ਦੀ ਮਲਕੀਅਤ ਮਿਲੀ, ਹੈ ਨਾ। ਹੁਣ ਜੇ ਅਸੀਂ ਜਿਹੜੇ ਧਰਤੀ ਅਸੀਂ ਲੈਣ ਵਾਸਤੇ ਇੰਨਾ ਕੁਝ ਕੀਤਾ ਸੀ, ਉਹਨੂੰ ਬਚਾਉਣ ਵਾਸਤੇ ਵੀ ਉਹਨਾਂ ਕੁਝ ਕਰਨਾ ਪਊਗਾ। ਤੇ ਇਸੇ ਨਾਲ ਸਾਡਾ ਸੱਭਿਆਚਾਰ ਜੁੜਿਆ। ਦੇਖੋ ਤੁਹਾਡੇ ਤੋਂ ਤੁਹਾਡੀ ਧਰਤੀ ਖੁਰਦੀ ਆ, ਜ਼ਮੀਨ ਖੁਰਦੀ ਆ, ਸਭ ਕੁਝ ਖੁਰ ਜਾਂਦਾ ਨਾਲ ਹੀ। ਸੋ ਇਹ ਇਕੱਲਾ ਇਕਨੋਮਿਕ ਬਲੌਕੇਡ ਨਹੀਂ ਆ। ਜੇ ਆਰਥਿਕ ਗੱਲ ਹੁੰਦੀ, ਸਰਕਾਰ ਨੇ ਹੁਣ ਤੱਕ ਕੋਈ ਨਾ ਕੋਈ ਰਿਲੀਫ ਦੇ ਦੇਣਾ ਸੀ, ਪਰ ਇਹ ਵਿਚਾਰਧਾਰਾ 'ਚੋਂ, ਮਾਨਸਿਕਤਾ 'ਚੋਂ ਨਿਕਲੀ ਹੋਈ ਗੱਲ ਆ। ਹੁਣ ਤੁਸੀਂ ਇਹ ਦੇਖੋ ਵੀ ਸਰਕਾਰ ਦੀ ਮਾਨਸਿਕਤਾ ਜਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਕੰਮ ਕਰਦੀ ਆ ਨਾ, ਉਹਦੇ ਪਿੱਛੇ ਜਿਹੜੀ ਮਾਨਸਿਕਤਾ ਕੰਮ ਕਰਦੀ ਆ, ਉਹ ਨੇਸ਼ਨ ਬਿਲਡਿੰਗ ਕਿਵੇਂ ਕਰਦੇ ਆ, ਤੇ ਪੰਜਾਬ ਆਪਦੀ ਕੌਮੀਅਤ ਨੂੰ ਕਿਵੇਂ ਬਚਾ ਕੇ ਰੱਖਦਾ। ਇਹ ਬਸ ਇਹੀ ਲੜਾਈ ਆ ਬਾਈ ਸਾਡੀ। ਪੰਜਾਬ ਪੰਜਾਬੀਅਤ, ਕੌਮੀਅਤ ਬਚਾਉਣ ਦੀ ਗੱਲ ਹੈ, ਲੇਕਿਨ ਆਰਥਿਕ ਘੇਰਾਬੰਦੀ ਪੰਜਾਬ ਨੂੰ ਪਹਿਲਾਂ ਹੀ ਹੋ ਚੁੱਕੀ ਆ। ਟ੍ਰੇਨਾਂ ਦੇ ਮਸਲੇ ਤੇ ਗੱਲ ਕਰ ਲੈਂਦੇ ਆ। ਤੁਹਾਨੂੰ ਕੀ ਲੱਗਦਾ ਵੀ ਟ੍ਰੇਨਾਂ ਜੋ ਚੱਲ ਗਈਆਂ, ਉਹ ਵੀ ਸਿਆਸੀ ਦਬਾਅ ਬਣ ਗਿਆ ਕਿਸਾਨ ਜਥੇਬੰਦੀਆਂ ਤੇ? ਬਿਲਕੁਲ ਬਣ ਗਿਆ ਜੀ। ਦੇਖੋ ਇਹ ਤਾਂ ਹੁਣ ਆਏ ਆ ਨਾ, ਜਦੋਂ ਅਸੀਂ ਕੋਈ ਪੈਂਤਰਾ ਵਿੜਦੇ ਆ ਸੰਘਰਸ਼ ਦਾ, ਤਾਂ ਉਹਦੇ ਸਾਰੇ ਪੈਂਤਰੇ ਦੇ ਕੌਨਸੀਕੁਐਂਸਸ ਕੀ ਹੋਣਗੇ, ਸਿੱਟੇ ਕੀ ਹੋਣਗੇ, ਇਹ ਪਹਿਲਾਂ ਹੀ ਤੁਹਾਨੂੰ ਇਹਦੇ ਬਾਰੇ ਸੋਚਣਾ ਪੈਂਦਾ ਹੁੰਦਾ। ਇਹਦੇ ਬਾਰੇ ਸਾਰੇ ਵੀ ਇਹਦਾ ਇੱਕ ਪਹਿਲੂ ਆ ਵੀ ਹੋ ਸਕਦਾ, ਇੱਕ ਆ ਵੀ ਹੋ ਸਕਦਾ, ਇੱਕ ਆ ਫਲਾਨਾ ਵੀ ਜਿਹੜੀ ਇਹਦੀ ਗੱਲ ਘੜੀ ਜਾ ਸਕਦੀ ਆ। ਅੱਜ ਟਾਈਮ ਇਹ ਆ ਵੀ ਤੁਸੀਂ ਦਬਾਅ ਜਿਹੜਾ ਸਰਕਾਰ ਤੇ ਪਾਉਣਾ ਹੁੰਦਾ, ਇੱਕ ਦਿਨ 'ਚ ਥੋੜ੍ਹੀ ਬਣਨਾ ਉਹਨੇ ਤਾਂ ਸਮੇਂ ਬਾਅਦ 15-20 ਦਿਨਾਂ ਬਾਅਦ, 30-40 ਦਿਨਾਂ ਬਾਅਦ ਜਾ ਕੇ ਇੱਕ ਪ੍ਰੈਸ਼ਰ ਪੁਆਇੰਟ ਬਿਲਡ ਹੁੰਦਾ। ਉਹ ਪ੍ਰੈਸ਼ਰ ਪੁਆਇੰਟ ਤੇ ਹੁਣ ਲੜਾਈ ਕੀ ਆ? ਤੁਸੀਂ ਪਿੱਛੇ ਹਟਦੇ ਹੋ ਕਿ ਸਰਕਾਰ ਪਿੱਛੇ ਹਟਦੀ ਆ? ਸੋ ਇੱਕ ਪ੍ਰੈਸ਼ਰ ਪੁਆਇੰਟ ਤੇ ਅਸੀਂ ਪਿੱਛੇ ਹਟ ਗਏ ਜੇ ਰੇਲਾਂ ਚਲਾਤੀਆਂ ਤਾਂ। ਜਦੋਂ ਸੰਘਰਸ਼ਾਂ 'ਚ ਗੱਲ ਕਰਦੇ ਆ ਨਾ, ਤੇ ਜੇ ਅਸੀਂ ਸੰਘਰਸ਼ ਦਿੱਲੀ ਦੇ ਖਿਲਾਫ ਲੜ ਰਹੇ ਆ, ਤਾਂ ਸਾਨੂੰ ਉਹਨਾਂ ਦੇ ਮੋਢਿਆਂ ਤੇ ਬਹਿ ਕੇ ਤਾਂ ਨਹੀਂ ਸੰਘਰਸ਼ ਲੜ ਸਕਦੇ ਫਿਰ, ਵੀ ਉੱਥੋਂ ਯੂਰੀਆ ਭੇਜਣਗੇ ਤੇ ਅਸੀਂ ਇੱਥੇ ਫਸਲਾਂ ਬੀਜਾਂਗੇ, ਹੈ ਨਾ। ਸਾਨੂੰ ਆ ਜਿਹੜੀ ਡਿਪੈਂਡੇਬਿਲਿਟੀ ਆ ਨਾ ਉਹਨਾਂ ਤੇ ਘਟਾਉਣੀ ਪਊਗੀ। ਝਾੜ ਹੀ ਘੱਟ ਆ ਜੂ ਜੇ ਯੂਰੀਆ ਨਾ ਪਾਵਾਂਗੇ, ਝਾੜ ਘੱਟ ਆ ਜੂ, ਪਰ ਖਾਣ ਜੋਗੇ ਦਾਣੇ ਤਾਂ ਹੋ ਜਾਣਗੇ ਨਾ। ਪਰ ਜ਼ਮੀਨ ਤਾਂ, ਜੇ ਜ਼ਮੀਨ ਹੀ ਨਾ ਬਚੀ, ਫਿਰ ਯੂਰੀਆ ਕਿੱਥੇ ਪਾਓਗੇ, ਕਿੱਥੋਂ ਝਾੜ ਲਾਓਗੇ? ਤਾਂ ਜਦੋਂ ਸੰਘਰਸ਼ ਕਰਨੇ ਆ, ਛੋਟੇ ਮੋਟੇ ਜਿਹੜੇ ਕਦੇ ਨੁਕਸਾਨ ਉਹ ਝੱਲਣੇ ਪੈਂਦੇ ਹੁੰਦੇ ਆ, ਔਰ ਇਕੱਠੇ ਹੋ ਕੇ ਕੌਮਾਂ ਨੂੰ ਝੱਲਣੇ ਪੈਂਦੇ ਹੁੰਦੇ ਆ। ਤੇ ਇਹਦੇ ਲਈ ਅਸੀਂ ਤਿਆਰ ਰਹੀਏ। ਅਦਰਵਾਈਜ਼ ਜੇ ਅਸੀਂ ਕਹੀਏ ਵੀ ਸੰਘਰਸ਼ ਲੜਾਂਗੇ, ਤੇ ਲੜਾਂਗੇ ਵੀ ਐਨ, ਉਹ ਸਾਨੂੰ ਹੋਣਾ ਵੀ ਕੁਝ ਨਹੀਂ ਚਾਹੀਦਾ। ਨਹੀਂ, ਕੁਛ ਨਾ ਕੁਛ ਤਾਂ ਕੁਰਬਾਨੀ ਦੇਣੀ ਪਊ। ਜਿਵੇਂ ਮੈਂ ਕਿਹਾ, ਉਹ ਜ਼ਮੀਨ ਜੇ ਬਚਾਉਣੀ ਆ ਤਾਂ ਦੇਣੀ ਪਊ ਕੋਈ ਨਾ ਕੋਈ ਕੁਰਬਾਨੀ ਦੇਣੀਆਂ ਪੈਣਗੀਆਂ। ਪਹਿਲਾਂ ਵੀ ਇਤਿਹਾਸ ਬੋਲਦਾ ਆ ਇਸ ਨਾਂ ਤੇ। ਪਰ ਜੇਕਰ ਅਸੀਂ ਇਸ ਵਕਤ ਗੱਲ ਕਰ ਲਈਏ, 3 ਤਰੀਕ ਜੋ ਬੈਠਕ ਹੋਣੀ ਹੈ, 3 ਦਸੰਬਰ ਦਾ ਜੋ ਸੱਦਾ ਆ ਗਿਆ ਕਿਸਾਨਾਂ ਨੂੰ, ਮੰਨਦੇ ਹੋ ਜੋ ਬੈਠਕਾਂ ਹੋ ਰਹੀਆਂ ਨੇ ਉਹ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਦਬਾਅ ਬਿਲਡ ਕੀਤਾ ਜਾ ਰਿਹਾ ਆ, ਉਹਦਾ ਨਤੀਜਾ ਆ, ਜਾਂ ਫਿਰ ਕੋਈ ਸਿਆਸੀ ਰਣਨੀਤੀ ਖੇਡੀ ਜਾ ਰਹੀ ਹੈ? ਦੇਖੋ ਇਹ ਹੁਣ ਇਹਨੂੰ ਆਪਾਂ ਸਮਝੀਏ। ਕਿਸਾਨ ਪੂਰਾ ਜ਼ੋਰ ਅਸੀਂ ਲਾ ਰਹੇ ਹਾਂ ਵੀ ਦਬਾਅ ਬਿਲਡ ਹੋਵੇ, ਹੈ ਨਾ। ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਵੀ ਸੰਘਰਸ਼ ਕਮਜ਼ੋਰ ਹੋਵੇ ਜਾਂ ਇਹਨਾਂ ਨੂੰ ਲੀਹ ਤੋਂ ਲਾਹਿਆ ਜਾਵੇ। ਸੋ ਇਹ ਤਾਂ ਹੁਣ ਪੋਲੀਟੀਕਲ ਡਿਪਲੋਮੈਸੀ ਜਿਹੜੀ ਹੁੰਦੀ ਆ ਨਾ, ਉਹ ਦੋਨਾਂ ਧਿਰਾਂ ਦੀ ਜ਼ਰੂਰਤ ਹੁੰਦੀ ਆ। ਸਰਕਾਰ ਦੀ ਜ਼ਰੂਰਤ ਆ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਆਪਦੇ ਗਲਬੇ 'ਚ ਲੈ ਲਓ ਤੇ ਇਹਨਾਂ ਦਾ ਸੰਘਰਸ਼ ਖਤਮ ਕਰ ਦਿਓ ਜਾਂ ਕਮਜ਼ੋਰ ਕਰ ਦਿਓ। ਸਾਡੀ ਜ਼ਰੂਰਤ ਇਹ ਹੁੰਦੀ ਆ ਵੀ ਹੁਣ ਪੋਲੀਟੀਕਲ
ਡਿਪਲੋਮੈਸੀ ਤੇ ਗੱਲ ਆ ਗਈ, ਟੇਬਲ ਟਾਕ ਤੇ ਗੱਲ ਆ ਗਈ। ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਪ੍ਰੈਸ਼ਰ ਬਿਲਡ ਹੋਇਆ ਹੋਣਾ ਤਾਂ ਟੇਬਲ ਟਾਕ ਸਟਾਰਟ ਹੋ ਰਿਹਾ। ਅਸੀਂ ਹੁਣ ਉੱਥੇ ਪੂਰੀ ਤਿਆਰੀ ਨਾਲ ਜਾਈਏ। ਸਾਡੇ ਜਿਹੜੇ ਨੈਗੋਸ਼ੀਏਟਰਸ ਹੋਣ ਉਹ ਬਹੁਤ ਸਟਰੋਂਗ ਹੋਣ, ਬੜੇ ਤਗੜੇ ਉਹ ਬੰਦੇ ਹੋਣ ਜਿਨ੍ਹਾਂ ਨੂੰ ਸਾਰੀ ਸਮਝ ਹੋਵੇ ਇਸ ਗੱਲ ਦੀ, ਹੈ ਨਾ। ਇਕਨੋਮਿਕਲੀ ਵੀ, ਕਲਚਰਲੀ ਵੀ, ਆਈਡੀਓਲੋਜੀਕਲੀ ਵੀ, ਇਹ ਸਾਰੀ ਵਿਚਾਰਧਾਰਕ ਤੌਰ 'ਤੇ ਵੀ ਅਤੇ ਆਰਥਿਕ ਤੌਰ 'ਤੇ ਵੀ ਸਮਝ ਪੂਰੀ ਹੋਵੇ ਅਤੇ ਉਹ ਜਾ ਕੇ ਸਰਕਾਰ ਨਾਲ ਬੈਠਣ। ਉੱਧਰੋਂ ਉਹ ਆਪਦੇ ਬੰਦੇ ਲੈ ਕੇ ਆਉਣਗੇ। ਸੋ ਟੇਬਲ ਟਾਕ 'ਤੇ ਹੀ ਜਿੱਤ ਜਾਂ ਹਾਰ ਡਿਸਾਈਡ ਹੋਣੀ ਆ। ਤੁਸੀਂ ਹਮੇਸ਼ਾ ਇਹ ਗੱਲ ਕਹਿੰਦੇ ਨਜ਼ਰ ਆਏ ਆ ਕਿ ਪੰਜਾਬੀ ਬਾਕੀ ਜੰਗਾਂ ਜਿੱਤ ਲੈਂਦੇ ਨੇ, ਪਰ ਹਮੇਸ਼ਾ ਕਿਤੇ ਨਾ ਕਿਤੇ ਟੇਬਲ ਵਾਲੀ ਜੰਗ ਆ ਜਿਹੜੀ ਉਹ ਹਾਰ ਜਾਂਦੇ ਨੇ। ਉਹ ਫਿਰ ਕਿਵੇਂ ਮਜ਼ਬੂਤ ਹੋਵੇ? ਦੇਖੋ ਗੱਲ ਐਂ ਆ ਬਾਈ, ਜਦੋਂ ਸਰਕਾਰ ਦੇ ਨੁਮਾਇੰਦੇ ਆਉਣਗੇ, ਉਹਨਾਂ ਦੇ ਜਾਂ ਤਾਂ ਮਿਨਿਸਟਰਸ ਆਉਣਗੇ ਉੱਥੇ ਅਤੇ ਉਹਨਾਂ ਦੇ ਪ੍ਰਿੰਸੀਪਲ ਸੈਕਟਰੀਜ਼ ਆਉਣਗੇ, IAS IPS IAS ਆਫਿਸਰਸ ਜਿਹੜੇ ਹੁੰਦੇ ਆ, ਹੈ ਨਾ। ਔਰ ਉਹ ਪਲੈਨਿੰਗ ਲੈਵਲ ਦੇ ਬੰਦੇ ਹੁੰਦੇ ਆ ਜਿਹੜੇ ਪਾਲਿਸੀ ਮੇਕਿੰਗ 'ਚ ਬੜੇ ਵੱਡੇ ਬ੍ਰੇਨ ਹੁੰਦੇ ਆ, ਦਿਮਾਗ ਹੁੰਦੇ ਆ। ਅਸੀਂ ਵੀ ਜਦੋਂ ਇੱਥੋਂ ਜਾਈਏ ਤਾਂ ਸਾਡੀ ਵੀ ਇੱਕ ਟੀਮ ਬਿਲਡ ਕਰਕੇ ਜਾਈਏ ਜਿਹਦੇ 'ਚ ਸਾਡੇ ਐਗਰੋ ਇਕੋਨੋਮਿਸਟਸ ਹੋਣ, ਸਾਡੇ ਲੀਗਲ ਐਕਸਪਰਟਸ ਹੋਣ, ਹੈ ਨਾ। ਸਾਡੇ ਉਹਦੇ 'ਚ ਇਕਨੋਮਿਕ ਫੀਲਡ ਦੇ ਵੀ ਐਕਸਪਰਟ ਹੋਣ, ਇਕੋਨਮੀ ਐਕਸਪਰਟਸ ਹੋਣ, ਹੈ ਨਾ। ਸੋ ਇਹ ਜਿਹੜੇ ਬੰਦੇ ਆ ਸਾਡੇ, ਜਦੋਂ ਨੈਗੋਸੀਏਸ਼ਨ ਸਟਾਰਟ ਹੋਣੀ ਆ, ਇਹ ਸਾਡੇ ਪੈਨਲ ਦਾ ਪਾਰਟ ਹੋਣੇ ਚਾਹੀਦੇ ਆ। ਸੋ ਮੈਂ ਇਹ ਦੇਖੋ, ਇੱਕ ਆਗੂ ਦਾ, ਕਿਸਾਨ ਜਥੇਬੰਦੀ ਦੇ ਆਗੂ ਦਾ, ਉਸ ਕਿਸਾਨਾਂ ਨੂੰ ਜਥੇਬੰਦ ਕਰਨਾ ਅਤੇ ਉਹਦਾ ਆਗੂ ਬਣਨਾ ਇੱਕ ਵੱਖਰੀ ਗੱਲ ਆ। ਇੱਕ ਪੋਲੀਟੀਕਲ ਡਿਪਲੋਮੈਸੀ 'ਚ ਜਾਂ ਇੱਕ ਟੇਬਲ ਟਾਕ ਜਦੋਂ ਸਟਾਰਟ ਹੋਣੀ ਆ, ਉੱਥੇ ਜਾ ਕੇ ਬੈਠ ਕੇ ਸਰਕਾਰ ਨਾਲ ਨੈਗੋਸ਼ੀਏਟ ਕਰਨਾ ਉਹ ਵੱਖਰੀ ਗੱਲ ਆ। ਜ਼ਰੂਰੀ ਨਹੀਂ ਵੀ ਉਹ ਦੋਨੇ ਰੋਲ ਉਨੇ ਹੀ ਪਰਪੱਕ ਤਰੀਕੇ ਨਾਲ ਨਿਭਾਏ ਜਾ ਸਕਣ, ਕਿਉਂਕਿ ਉੱਥੇ ਐਕਸਪਰਟੀਜ਼ ਦੀ ਜ਼ਰੂਰਤ ਆ ਅਤੇ ਉਹ ਐਕਸਪਰਟੀਜ਼ ਆ ਜਿਹੜੇ ਉਸ ਫੀਲਡ ਦੇ ਬੰਦਿਆਂ ਕੋਲੇ ਹੁੰਦੀ ਆ। ਅੱਜ ਜੇ ਮੈਂ ਕਹਾਂ ਦੈਟ ਮੈਂ ਇਕੋਨਮੀ ਨੂੰ ਬਹੁਤ ਐਕਸਪਰਟ ਤਰੀਕੇ ਨਾਲ ਸਮਝਦਾ, ਜਾਂ ਮੈਂ ਐਗਰੋ ਇਕੋਨੋਮਿਸਟ ਹਾਂ, ਜਾਂ ਮੈਂ ਐਗਰੀਕਲਚਰਲ ਇਕੋਨੋਮਿਸਟ ਹਾਂ, ਮੈਂ ਨਹੀਂ ਹਾਂ, ਹੈ ਨਾ। ਸੋ ਇਸ ਕਰਕੇ ਜਦੋਂ ਇੱਕ ਪੈਨਲ ਜਾਊਗਾ ਅਤੇ ਅਸੀਂ ਇੱਕ ਟੀਮ ਦੇ ਤਰ੍ਹਾਂ ਕੰਮ ਕਰਾਂਗੇ, ਉਹੀ ਸਾਡੇ ਰਿਜ਼ਲਟਸ ਆ ਜਿਹੜੇ ਵਧੀਆ ਲੈ ਕੇ ਆ ਸਕਦਾ। ਹਮੇਸ਼ਾ ਨਹੀਂ ਤਾਂ ਅਸੀਂ ਆਪਦੇ ਮੋਢਿਆਂ 'ਤੇ ਚੱਕ ਕੇ ਹੀ ਸਭ ਕੁਝ ਤੁਰੇ ਫਿਰਦੇ ਰਹਿੰਦੇ ਹਾਂ ਅਤੇ ਫਿਰ ਅਸੀਂ ਖਤਾ ਖਾਂਦੇ ਹਾਂ, ਕਿਉਂਕਿ ਕਿਸੇ ਹੋਰ ਫੀਲਡ ਦੀਆਂ ਐਕਸਪਰਟੀਜ਼ ਸਾਡੇ ਕੋਲੇ ਨਹੀਂ ਹੁੰਦੀਆਂ। ਸੋ ਇਹ ਜਿਹੜੀਆਂ ਟੇਬਲ ਟਾਕਸ ਆ ਨਾ, ਇੱਥੇ ਸਟਰੋਂਗ ਨੈਗੋਸ਼ੀਏਟਰ ਕੌਣ ਆ? ਜਿਵੇਂ ਉਹਦੇ ਪਿਊਸ਼ ਗੋਇਲ ਬੈਠੇ ਸੀ, ਮੈਂ ਉਹਨਾਂ ਨੂੰ ਜਾਣਦਾ, ਉਹ ਬਹੁਤ ਸਟਰੋਂਗ ਨੈਗੋਸ਼ੀਏਟਰ ਆ, ਹੈ ਨਾ। ਉਹਨਾਂ ਨੇ ਗੱਲ ਵੀ ਸਿੱਧੀ ਜੋ ਟਾਪ ਤੋਂ ਆਉਣੀ ਆ ਉਹ ਕਰਨੀ ਆ, ਉਹਨਾਂ ਦੇ ਜਮਾਂ ਕਹੇ 'ਚ ਰਹਿਣਾ, 1 ਇੰਚ ਵੀ ਇੱਧਰ ਨਹੀਂ ਹਿੱਲਣਾ। ਐਂਡ ਆਪਦੇ ਏਰੀਏ ਦਾ, ਆਪਦੇ ਫੀਲਡ ਦਾ ਐਕਸਪਰਟ ਆ, ਕਿਉਂਕਿ ਉਹ ਬੜਾ ਵੱਡਾ ਗੋਲਡ ਮੈਡਲਿਸਟ ਆ ਕਾਮਰਸ 'ਚ ਅਤੇ CA ਦੇ ਐਗਜ਼ੂਮ 'ਚ ਉਹਨਾਂ ਨੇ ਗੋਲਡ ਮੈਡਲਿਸਟ ਆ, ਹੈ ਨਾ। ਸੋ ਹੀ ਇਜ਼ ਕੁਆਇਟ ਐਨ ਇੰਟੈਲੀਜੈਂਟ ਗਾਏ। ਤਾਂ ਜਦੋਂ ਸਾਡੇ ਬੰਦੇ ਵੀ ਜਾ ਕੇ ਬੈਠਣ ਉਹਨਾਂ ਦੇ ਪ੍ਰਿੰਸੀਪਲ ਸੈਕਟਰੀਜ਼ ਨਾਲ, ਉਹਨਾਂ ਦੇ ਜਿਹੜੇ ਪਾਲਿਸੀ ਮੇਕਰਸ ਨਾਲ, ਉਹਨਾਂ ਦੇ ਮਿਨਿਸਟਰਸ ਨਾਲ, ਸਾਡੇ ਵੀ ਉਹ ਕੈਲੀਬਰ ਅਤੇ ਇੰਟਲੈਕਟ ਤਾਂ ਉਹ ਹੋਣਾ ਚਾਹੀਦਾ ਨਾ। ਜੇ ਸਾਡੇ ਕੋਲੇ ਉਹ ਕੈਲੀਬਰ ਅਤੇ ਇੰਟਲੈਕਟ ਮਿਸਿੰਗ ਹੋਊਗਾ ਤਾਂ ਨੈਗੋਸੀਏਸ਼ਨ 'ਚ ਕਿਤੇ ਨਾ ਕਿਤੇ ਹਾਰ ਜਾਵਾਂਗੇ। ਬਿਲਕੁਲ, ਬਰਾਬਰਤਾ ਚਾਹੀਦੀ ਹੈ, ਦੋਵੇਂ ਧਿਰ ਬਰਾਬਰ ਹੋਣਗੇ ਫੇਰ ਹੀ ਕਿਤੇ ਨਾ ਕਿਤੇ ਜਿਹੜਾ ਕਿ ਨਿਬੇੜਾ ਹੋਊਗਾ। ਆਖਰੀ ਸਵਾਲ ਹੈ, ਪੰਜਾਬ ਦੀਆਂ ਜਿੰਨੀਆਂ ਸਿਆਸੀ ਪਾਰਟੀਆਂ ਨੇ ਭਾਜਪਾ ਨੂੰ ਛੱਡ ਕੇ ਸਾਰੀਆਂ ਕਿਸਾਨਾਂ ਨੂੰ ਸਮਰਥਨ ਦੇਣ ਲਈ ਤਿਆਰ ਹੋ ਚੁੱਕੀਆਂ ਨੇ। 25, 26, 26, 27 ਨੂੰ ਜੋ ਧਰਨੇ ਨੇ ਦਿੱਤੇ ਜਾ ਰਹੇ ਨੇ, ਉਹ ਕਹਿੰਦੇ ਨੇ ਕਿ ਸਮਰਥਨ ਦੇਵਾਂਗੇ, ਦਿੱਤਾ ਜਾ ਰਿਹਾ ਆ। ਇਹ ਸਿਆਸੀ ਸਮਰਥਨ ਨੂੰ ਕਿਵੇਂ ਮੰਨਦੇ ਹੋ? ਵਾਕਈ ਕਿਸਾਨਾਂ ਦੇ ਦਬਾਅ ਆ ਜਾਂ 2022 ਦੀ ਤਲਾਸ਼ ਹੈ? ਬਾਈ ਇੱਕ ਗੱਲ ਅਸੀਂ ਦੇਖੀਏ ਵੀ ਇਹ ਜਿਹੜੇ ਸਾਰੀਆਂ ਪੋਲੀਟੀਕਲ ਪਾਰਟੀਜ਼ ਹੈ ਨਾ, ਪੋਲੀਟੀਕਲ ਕਲਾਸ ਆ ਪੰਜਾਬ ਦੀ, ਉਹ ਇਸ ਅੰਦੋਲਨ 'ਚ, ਇਸ ਐਜੀਟੇਸ਼ਨ 'ਚ ਡਿਸਕ੍ਰੈਡਿਟ ਹੋ ਗਈ ਆ। ਇਹਨਾਂ ਨੇ ਸਾਰਿਆਂ ਨੇ ਜੋ ਇਹਨਾਂ ਨੂੰ ਕਰਨਾ ਚਾਹੀਦਾ ਸੀ ਵੀ ਧਰਨਿਆਂ 'ਚ, ਮੋਰਚਿਆਂ 'ਚ ਆ ਕੇ ਨਾਲ ਬਹਿੰਦੇ, ਇਹਨਾਂ ਨੇ ਉਹ ਨਹੀਂ ਕੀਤਾ। ਇਹਨਾਂ ਨੇ ਆਪਦੀਆਂ ਵੱਖ-ਵੱਖ ਰੈਲੀਆਂ ਕੀਤੀਆਂ। ਕਾਂਗਰਸ ਨੇ ਆਪਦੀ ਰੈਲੀ ਕੀਤੀ, ਅਕਾਲੀ ਦਲ ਨੇ ਆਪਦੀ ਰੈਲੀ ਕੀਤੀ, ਆਪ ਨੇ ਆਪਦੀ ਰੈਲੀ ਕੀਤੀ, BJP ਤਾਂ ਤੰਗ ਕਰ ਹੀ ਰਹੀ ਹੈ ਸਾਨੂੰ। ਸੋ ਤੁਸੀਂ ਇਹ ਦੇਖੋ ਵੀ ਇਸ ਅੰਦੋਲਨ 'ਚ ਵੀ ਇਹਨਾਂ ਨੇ ਆਪਦੀ ਜਿਹੜੀ ਇੱਕ ਪੋਲੀਟੀਕਲ ਸਟ੍ਰੈਟਜੀਜ਼ ਆ ਨਾ, ਉਹਨੂੰ ਛੱਡਿਆ ਨਹੀਂ। ਔਰ ਉਹ ਪੋਲੀਟੀਕਲ ਸਟ੍ਰੈਟਜੀ ਇਹਨਾਂ ਦੀ ਹਮੇਸ਼ਾ ਹੀ ਵੋਟਾਂ ਦੇ ਨਾਲ ਜੁੜੀ ਹੁੰਦੀ ਆ, ਵੀ ਵੋਟਾਂ ਨਾ ਸਾਡੀਆਂ ਕਿਤੇ ਟੁੱਟ ਜਾਣ ਯਾਰ, ਜਾਂ ਆਪਦਾ ਸ਼ਕਤੀ ਪ੍ਰਦਰਸ਼ਨ ਕਰ ਦਈਏ। ਹਾਲਾਂਕਿ ਇਸ ਚੀਜ਼ ਦੀ ਕੋਈ ਜ਼ਰੂਰਤ ਨਹੀਂ ਸੀ। ਜ਼ਰੂਰਤ ਸੀ ਹੁਣ ਸੰਘਰਸ਼ ਪੋਲੀਟਿਕਸ ਦੀ। ਪੋਲੀਟਿਕਸ ਇਕੱਲੀ ਚੰਡੀਗੜ੍ਹ ਬਹਿ ਕੇ ਥੋੜ੍ਹੀ ਹੁੰਦੀ ਆ, ਜਾਂ ਕੋਠੀਆਂ 'ਚ, ਵਿਧਾਨ ਸਭਾ 'ਚ ਬਹਿ ਕੇ ਥੋੜ੍ਹੀ ਹੁੰਦੀ ਆ। ਅੱਜ ਜੇ ਪੰਜਾਬ ਸੰਘਰਸ਼ 'ਚ ਆ ਤਾਂ ਸਾਡੀ ਰਾਜਸੀ ਧਿਰ ਨੂੰ ਚਾਹੀਦਾ ਸੀ ਵੀ ਇਸ ਸੰਘਰਸ਼ 'ਚ ਪੰਜਾਬ ਦੇ ਨਾਲ ਆ ਕੇ ਬੈਠਣ,
ਪਰ ਉਹਨਾਂ ਨੇ ਨਹੀਂ ਕੀਤਾ। ਸੋ ਇਸ ਕਰਕੇ ਜਿਹੜੀ ਬਾਕੀ ਤਾਂ ਰੱਬ ਹੀ ਜਾਣਦਾ ਨਾ, ਪਰ ਜਿੰਨੀ ਕੁ ਅਸੀਂ ਇਹ ਸਾਰੀ ਵਰਤਾਰੇ ਤੋਂ ਸਮਝ ਅਸੀਂ ਲਾ ਸਕਦੇ ਹਾਂ ਉਹ ਇਹ ਆ ਵੀ ਇਹਨਾਂ ਨੇ ਕਦੇ ਵੀ ਆਪਦੀਆਂ ਪੋਲੀਟੀਕਲ ਸਟ੍ਰੈਟਜੀਜ਼ ਆ ਜਾਂ ਆਪਦੀਆਂ ਪਾਰਟੀਆਂ ਨੂੰ ਮੂਹਰੇ ਰੱਖ ਕੇ ਜਾਂ ਇਹਨਾਂ ਨੇ ਚੋਣਾਂ ਨੂੰ ਮੂਹਰੇ ਰੱਖ ਕੇ ਉਹ ਉਵੇਂ ਹੀ ਬਣਾਉਂਦੇ ਆ। ਹਰ ਫੈਸਲਾ ਇਹਨਾਂ ਨੂੰ ਕਿਤੇ ਨਾ ਕਿਤੇ ਕੋਈ ਪੋਲੀਟੀਕਲ ਗੇਨ ਸਾਨੂੰ ਹੋਵੇ ਇਹਦੇ ਨਾਲ ਹੀ ਜੁੜਿਆ ਹੁੰਦਾ। ਕਦੇ ਲੋਕ ਹਿੱਤ 'ਚ ਤਾਂ ਫੈਸਲੇ ਲਏ ਹੁੰਦੇ ਤਾਂ ਫਿਰ ਅੱਜ ਡਿਸਕ੍ਰੈਡਿਟ ਨਹੀਂ ਹੋਣੇ ਸੀ ਇਹ। ਸੋ ਇਹ ਗੱਲ ਸਾਨੂੰ ਸਮਝਣੀ ਪਊਗੀ ਇਸ ਕਰਕੇ, ਕਿਉਂਕਿ ਜਦੋਂ 2022 ਦੀਆਂ ਚੋਣਾਂ ਵੀ ਆਉਣਗੀਆਂ ਫਿਰ ਕੋਈ ਨਹੀਂ, ਉਦੋਂ ਦੇਖਾਂਗੇ। ਇਹ ਗੱਲਾਂ ਸਾਡੇ ਯਾਦ ਰੱਖਣੀਆਂ ਚਾਹੀਦੀਆਂ ਸਾਨੂੰ। ਇਹ ਸੰਦੀਪ ਸਿੱਧੂ ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਕਿ ਇੱਕ ਨਵਾਂ ਇਤਿਹਾਸ ਸਿਰਜੇਗਾ ਤੇ ਸ਼ੰਭੂ ਮੋਰਚਾ ਦੇ ਲਈ ਤਿਆਰ ਹੈ। ਹੁਣ ਦੇਖਣਾ ਹੈ ਕਿ 26-27 ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਮੋਰਚਾ ਅੱਗੇ ਵੱਧਦਾ, ਕਿਸਾਨ ਕਿਵੇਂ ਅੱਗੇ ਵਧਦੇ ਨੇ ਤੇ ਕੀ ਇਸ ਮੋਰਚੇ ਦਾ ਨਤੀਜਾ ਕਿਸਾਨ ਪੱਖੀ ਹੋਵੇਗਾ, ਕੀ ਸਰਕਾਰ ਗੋਡੇ ਟੇਕੇਗੀ, ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਸੁਰਖਾਬ ਆਪਣੇ ਸਹਿਯੋਗੀ ਦਲਵੀਰ ਸਿੰਘ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਸ਼ੰਭੂ।